ਸਤਨਾਮ ਵਾਹਿਗੁਰੂ ਸਾਹਿਬ ਜੀ। ਹਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਈ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਇੱਕ ਓਂਕਾਰ ਸਤਿ ਗੁਰ ਪ੍ਰਸਾਦ। ਰਾਗ ਸੂਹੀ ਮਹਿਲਾ ਪਹਿਲਾ। ਕੁਚਜੀ ਮੰਝ ਕੁਚਜੀ ਅਮਾਮਨ ਡੋਸੜੇ, ਹਉ ਕਿਉ ਸ਼ਹਿ ਰਾਵਣ ਜਾਉ ਜੀਓ। ਇੱਕ ਦੂੰ ਇੱਕ ਚੜ੍ਹੰਦੀਆਂ, ਕੌਣ ਜਾਣੈ ਮੇਰਾ ਨਾਉ ਜੀਓ। ਜਿਨੀ ਸਖੀ ਸ਼ਹਿ ਰਾਵੀਆ, ਜਿਨੀ ਸਖੀ ਸ਼ਹਿ ਰਾਵੀਆ, ਸੇ ਅੰਬੀ ਛਾਵੜੀਏ ਜੀਓ। ਸੇ ਗੁਣ ਮੰਝ ਨਾ ਆਵਨੀ, ਹਉ ਕੈ ਜੀ ਦੋਸ਼ ਧਰਿਓ। ਕਿਆ ਗੁਣ ਤੇਰੇ ਵਿਥਰਾ, ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ। ਇਕਤ ਟੋਲ ਨਾ ਅੰਬੜਾ, ਹਉ ਸਦ ਕੁਰਬਾਨੈ ਤੇਰੇ ਜਾਉ ਜੀਓ। ਸੋਇਨਾ ਰੂਪਾ ਰੰਗਲਾ, ਮੋਤੀ ਤੈ ਮਾਣਕ ਜੀਓ। ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜੀਓ। ਹਉ ਏਨੀ ਟੋਲੀ ਪੁਲੀਅਸ, ਤਿਸ ਕੰਤ ਨ ਬੈਠੀ ਪਾਸ ਜੀਓ। ਅੰਬਰ ਕੂੰਜਾ ਕੁਰਲੀਆਂ, ਬੱਗ ਬੈਠੇ ਆਏ ਜੀਓ।
ਸਾ ਧਨ ਚੱਲੀ ਸਾਹੁਰੈ, ਕਿਆ ਮੂੰਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਚਾਲ ਥੀਆ, ਭੁੱਲੀ ਵਾਟੜੀ ਆਸ ਜੀਓ। ਤੈ ਸ਼ੈ ਨਾਲੋਂ ਮੁੱਤੀ ਅਸ, ਦੁੱਖਾਂ ਕੂ ਤਰਿਆਸ ਜੀਓ। ਤੁਧ ਗੁਣ ਮੈਂ ਸਭ ਅਵਗੁਣਾ, ਇਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਸਭ ਰਾਤੀ ਸੁਹਾਗਣੀ, ਮੈਂ ਦੁਹਾਗਣ ਕਾਈ ਰਾਤ ਜੀਓ। ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਤੇ ਮੁਬਾਰਕ ਬਾਣੀ ਦੇ ਵਿੱਚੋਂ ਆਪ ਸਤ ਸੰਗੀ ਜਨਾਂ ਨੇ ਅੰਗ 762 ਦੇ ਉੱਪਰ ਸੁਭਾਇਮਾਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਜੋ ਰਾਗ ਸੂਹੀ ਦੇ ਵਿੱਚ ਕੁਚੱਜੀ ਸਿਰਲੇਖ ਹੇਠ ਦਰਜ ਹੈ, ਦਾ ਪਾਠ ਸ਼ਰਵਣ ਕੀਤਾ ਹੈ। ਇਸ ਬਚਨ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਅਸਾਂ ਨੂੰ ਕੀ ਸਮਝਾ ਰਹੇ ਹਨ, ਇਸ ਦੀ ਵਿਚਾਰ ਗੁਰੂ ਮਹਿਰਮਤ ਸਦਕਾ ਆਰੰਭ ਕਰਦੇ ਹਾਂ। ਗੁਰੂ ਖਾਲਸਾ ਜੀ, ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ। ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਗੁਰੂ ਸਾਹਿਬ ਜੀ ਨੇ ਜਿਸ ਅਸਲ ਮਨੁੱਖ ਦੀ ਘਾੜਤ ਦਾ ਜ਼ਿਕਰ ਕੀਤਾ ਹੈ, ਉਸ ਨੂੰ ਗੁਰਮੁਖ, ਸੰਤ, ਬ੍ਰਹਮ ਗਿਆਨੀ, ਭਗਤ ਇਤਿਆਦਿਕ ਲਫ਼ਜ਼ਾਂ ਦੇ ਨਾਲ ਪਰਿਭਾਸ਼ਿਤ ਕੀਤਾ ਹੈ। ਪਰ ਸਤਿਗੁਰੂ ਜੀ ਨੇ ਕੁਝ ਥਾਵਾਂ ਤੇ ਗੁਰਮੁਖ ਦੇ ਲਈ ਕੁਝ ਐਸੇ ਖਾਸ ਲਫ਼ਜ਼ਾਂ ਦੀ ਵਰਤੋਂ ਵੀ ਕੀਤੀ ਹੈ, ਜੋ ਸਾਡੇ ਸਮਾਜ ਦੇ ਅੰਦਰ ਪ੍ਰਚਲਿਤ ਸਨ। ਸਾਡੇ ਘਰਾਂ ਦੇ ਵਿੱਚ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਔਰਤ ਹੈ। ਔਰਤ ਸਮਾਜ ਦੇ ਵਿੱਚ ਕਈ ਲਫ਼ਜ਼ਾਂ ਦੇ ਨਾਲ ਪਰਿਭਾਸ਼ਿਤ ਕੀਤੀ ਜਾਂਦੀ ਹੈ। ਜੇ ਨੇਕ ਹੈ ਤਾਂ ਸੱਜਣ ਉਸ ਨੂੰ ਸੁਚੱਜੀ ਆਖਦੇ ਹਨ, ਜੇ ਨੇਕ ਨਹੀਂ ਤਾਂ ਉਸ ਨੂੰ ਕੁਚੱਜੀ ਆਖਿਆ ਜਾਂਦਾ ਹੈ। ਇਹ ਸਾਡੇ ਸਮਾਜ ਦੇ ਦਿੱਤੇ ਹੋਏ ਅਲਫਾਜ਼ ਨੇ। ਸਤਿਗੁਰੂ ਜੀ ਨੇ ਉਹਨਾਂ ਅਲਫਾਜ਼ਾਂ ਨੂੰ, ਉਹਨਾਂ ਲਫ਼ਜ਼ਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰਮੁਖ ਅਤੇ ਮਨਮੁਖ ਦੇ ਰੂਪ ਵਿੱਚ ਵਰਤਿਆ ਹੈ। ਗੁਰਮੁਖ ਤੋਂ ਭਾਵ ਹੈ ਸੁਚੱਜੀ ਅਤੇ ਮਨਮੁਖ ਤੋਂ ਭਾਵ ਹੈ ਕੁਚੱਜੀ। ਚੱਜ ਦਾ ਮਤਲਬ ਹੁੰਦਾ ਹੈ ਆਚਾਰ, ਆਚਰਣ। ਜਿਸ ਦਾ ਆਚਰਣ ਚੰਗਾ ਨਹੀਂ, ਉਸ ਨੂੰ ਕੁਚੱਜੀ ਆਖਿਆ ਜਾਂਦਾ ਹੈ। ਜਿਸ ਦਾ ਆਚਰਣ ਚੰਗਾ ਹੈ, ਉਸ ਨੂੰ ਸੁਚੱਜੀ ਆਖਿਆ ਜਾਂਦਾ ਹੈ।
ਇਵੇਂ ਸਤਿਗੁਰ ਨੇ ਪਵਿੱਤਰ ਬਾਣੀ ਦੇ ਅੰਦਰ ਜਿਸ ਮਨੁੱਖ ਦਾ ਆਚਰਣ ਚੰਗਾ ਹੈ ਉਸ ਨੂੰ ਗੁਰਮੁਖ ਆਖਿਆ ਹੈ, ਅਤੇ ਜਿਸ ਮਨੁੱਖ ਦਾ ਆਚਰਣ ਚੰਗਾ ਨਹੀਂ ਉਸ ਨੂੰ ਮਨਮੁਖ ਆਖਿਆ ਹੈ। ਲਫ਼ਜ਼ਾਂ ਦਾ ਹੀ ਥੋੜਾ ਜਿਹਾ ਅੰਤਰ ਹੈ, ਗੱਲ ਉਹੀ ਗੁਰਮੁਖ ਅਤੇ ਮਨਮੁਖ ਦੀ ਚੱਲ ਰਹੀ ਹੈ। ਅੱਜ ਦੇ ਸ਼ਬਦ ਅੰਦਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੁਚੱਜੀ ਸਿਰਲੇਖ ਵਰਤ ਕੇ, ਭਾਵ ਔਰਤ ਦੇ ਲਈ ਜੋ ਸਿਰਲੇਖ ਵਰਤਿਆ ਜਾਂਦਾ ਸੀ, ਜੋ ਲਫ਼ਜ਼ ਇੱਕ ਔਰਤ ਦੇ ਲਈ ਵਰਤਿਆ ਜਾਂਦਾ ਸੀ, ਸਤਿਗੁਰੂ ਜੀ ਨੇ ਉਸ ਨੂੰ ਮਨਮੁਖ ਦੇ ਲਈ ਵਰਤ ਕੇ ਤੇ ਸਾਡੇ ਸਨਮੁਖ ਮਨਮੁਖ ਦੇ ਜੋ ਹਾਲਾਤ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ। ਸੋ ਗੁਰੂ ਮਹਾਰਾਜ ਮਨਮੁਖ ਦੇ ਹਾਲਾਤ ਕਿਸ ਤਰ੍ਹਾਂ ਦੇ ਦੱਸਦੇ ਹਨ, ਕੁਚੱਜੀ ਦੇ ਰੂਪ ਵਿੱਚ ਆਓ ਸ਼ਰਵਣ ਕਰਦੇ ਹਾਂ। ਗੁਰਦੇਵ ਆਖਦੇ ਹਨ, ਮੰਝ ਕੁਚੱਜੀ ਅਮਾਵਣ ਡੋਸੜੇ, ਹਉ ਕਿਉ ਸ਼ਹਿ ਰਾਵਣ ਜਾਉ ਜਿਉ। ਮੰਝ ਕਹਿੰਦੇ ਨੇ ਮੈਂ ਆਪਣੇ ਆਪ ਨੂੰ, ਮੈਂ। ਮੰਝ ਕੁਚੱਜੀ, ਮੈਂ ਕੁਚੱਜੀ ਹਾਂ, ਭਾਵ ਮੈਨੂੰ ਚੱਜ ਨਹੀਂ। ਅਮਾਵਣ ਡੋਸੜੇ, ਅਮਾਵਣ ਕਹਿੰਦੇ ਨੇ ਬਹੁਤ, ਡੋਸੜੇ ਕਹਿੰਦੇ ਨੇ ਕਿਸੇ ਨੂੰ ਦੋਸ਼ ਦੇਣਾ, ਭਾਵ ਗੁਨਾਹ ਆਪ ਕਰਨਾ ਤੇ ਉਸ ਗੁਨਾਹ ਦਾ ਦੋਸ਼ ਕਿਸੇ ਦੂਜੇ ਤੇ ਧਰ ਦੇਣਾ, ਇਸ ਨੂੰ ਡੋਸੜੇ ਕਹਿੰਦੇ ਨੇ। ਗੁਰਦੇਵ ਕਹਿੰਦੇ ਮੈਂ ਕੁਚੱਜੀ ਹਾਂ, ਮੈਨੂੰ ਚੱਜ ਨਹੀਂ, ਤੇ ਮੈਂ ਕੋਈ ਮਾੜਾ ਕੰਮ ਕਰਕੇ ਉਸ ਦਾ ਦੋਸ਼ ਕਿਸੇ ਦੂਜੇ ਤੇ ਧਰਦੀ ਹਾਂ। ਹਉ ਕਿਉ ਸ਼ਹਿ ਰਾਵਣ ਜਾਉ ਜਿਉ। ਦੱਸੋ ਫੇਰ ਮੈਂ ਕਿਸ ਢੰਗ ਨਾਲ ਉਸ ਪਤੀ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚ ਸਕਦੀ ਹਾਂ, ਕਿਉਂਕਿ ਮੇਰੇ 'ਚ ਇਹ ਘਾਟ ਆ, ਮੇਰੇ 'ਚ ਇਹ ਕਮੀ ਆ, ਗਲਤੀ ਮੇਰੀ ਹੈ, ਪਰ ਉਸ ਗਲਤੀ ਦਾ ਦੋਸ਼ ਮੈਂ ਕਿਸੇ ਦੂਜੇ ਨੂੰ ਦੇ ਰਹੀ ਹਾਂ। ਗਲਤ ਕੰਮ ਮੈਂ ਕੀਤਾ ਹੈ, ਪਰ ਉਸ ਦਾ ਕਸੂਰਵਾਰ ਕਿਸੇ ਦੂਜੇ ਨੂੰ ਠਹਿਰਾ ਰਹੀ ਹਾਂ। ਕਹਿੰਦੇ ਦੱਸੋ ਫੇਰ ਕਿਵੇਂ ਮੈਂ ਉਸ ਪਤੀ ਪਰਮੇਸ਼ਰ ਵਾਹਿਗੁਰੂ ਤੱਕ ਪਹੁੰਚਾਂ। ਸਤਿਗੁਰੂ ਜੀ ਨੇ ਪਵਿੱਤਰ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ, ਦੱਦੈ ਦੋਸ਼ ਨਾ ਦਿਓ ਕਿਸੈ। ਕਹਿੰਦੇ ਕਿਸੇ ਦੂਜੇ ਨੂੰ ਕਸੂਰਵਾਰ ਨਾ ਠਹਿਰਾ। ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ। ਜੋ ਮੈਂ ਕੀਤਾ ਉਹ ਮੈਨੂੰ ਪ੍ਰਾਪਤ ਹੋਇਆ। ਬਾਬਾ ਫਰੀਦ ਸਾਹਿਬ ਨੇ ਇਹਦੇ ਬਾਰੇ ਇੱਕ ਬੜੀ ਬਾਕਮਾਲ ਉਦਾਹਰਣ ਦਿੱਤੀ ਹੈ। ਉਦਾਹਰਣ ਹੈ ਇੱਕ ਖੇਤੀਬਾੜੀ ਕਰਨ ਵਾਲੇ ਕਿਰਸਾਨ ਦੀ। ਕਹਿੰਦੇ ਕਿਰਸਾਨ ਨੇ ਆਪਣੇ ਖੇਤ ਦੇ ਵਿੱਚ ਖੇਤ ਨੂੰ ਵਹਾਇਆ ਤੇ ਵਹਾ ਕੇ ਉਹਦੇ ਵਿੱਚ ਕਿੱਕਰਾਂ ਦੇ ਬੀਜ ਬੀਜ ਦਿੱਤੇ। ਜਦੋਂ ਕਿੱਕਰਾਂ ਦੇ ਬੀਜ ਦਿੱਤੇ ਤੇ ਇੱਕ ਖੇਤ ਹੋਰ ਵਹਾਇਆ ਤੇ ਉਸ ਨੂੰ ਵਹਾ ਕੇ ਉਹਦੇ ਵਿੱਚ ਕਪਾਹ ਦੇ ਬੀਜ ਦਿੱਤੇ। ਇੱਕ ਖੇਤ ਕਪਾਹ ਦਾ ਨਰਮੇ ਦਾ ਬੀਜਿਆ, ਇੱਕ ਖੇਤ ਕਿੱਕਰਾਂ ਦੇ ਬੀਜ ਦਾ ਬੀਜ ਦਿੱਤਾ। ਤੇ ਘਰ ਆ ਕੇ ਆਪਣੀ ਘਰਵਾਲੀ ਤੇ ਬੱਚਿਆਂ ਨੂੰ ਕਹਿਣ ਲੱਗਾ ਕਿ ਇਸ ਵਾਰ ਜਿਹੜੇ ਦੋ ਖੇਤ ਆਪਾਂ ਬੀਜੇ ਆ ਨਾ, ਇੱਕ ਕਿੱਕਰਾਂ ਦਾ ਤੇ ਇੱਕ ਕਪਾਹ ਦਾ, ਉਹਦੇ ਵਿੱਚੋਂ ਕਿੱਕਰਾਂ ਵਾਲੇ ਖੇਤ ਵਿੱਚੋਂ ਆਪਾਂ ਬਿਜੂਰੀਆਂ ਵੱਢਾਂਗੇ ਅਤੇ ਕਪਾਹ ਵਾਲੇ ਖੇਤ ਵਿੱਚੋਂ ਆਪਾਂ ਰੇਸ਼ਮ ਕੱਢਾਂਗੇ। ਤੇ ਬਾਬਾ ਫਰੀਦ ਸਾਹਿਬ ਉਸ ਦੇ ਹਾਲਾਤ ਨੂੰ, ਉਸ ਕਿਸਾਨ ਦੇ ਹਾਲਾਤ ਨੂੰ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਉਹ ਕਹਿੰਦੇ ਨੇ, ਕਿੱਕਰ ਬੀਜੈ ਜੱਟ, ਜ਼ਿਮੀਂਦਾਰ ਨੇ ਖੇਤ ਵਿੱਚ ਕਿੱਕਰਾਂ ਦੇ ਬੀਜ ਲਏ।
ਤੇ ਜਦੋਂ ਕਿੱਕਰਾਂ ਦੇ ਬੀਜ ਬੀਜ ਕੇ ਤੇ ਆਸ ਕਿਹਦੀ ਲਾਈ ਹੋਈ ਹੈ? ਲੋੜ ਹੈ ਦਾਖ ਬਿਜੁਰੀਆਂ। ਲੋੜ ਹੈ ਦਾ ਭਾਵ ਹੈ ਮੰਗਣਾ। ਮੰਗ ਆਸ ਇਹਦੀ ਹੈ ਕਿ ਇਸ ਵਾਰ ਕਿੱਕਰਾਂ ਵਾਲੇ ਬੀਜ ਵਿੱਚੋਂ ਆਪਾਂ ਦਾਖਾਂ ਵੱਢਾਂਗੇ। ਬੀਜ ਕਿੱਕਰਾਂ ਦੇ ਨੇ। ਬਾਬਾ ਫਰੀਦ ਸਾਹਿਬ ਕਹਿੰਦੇ ਦੱਸੋ ਉਹਦੇ ਚੋਂ ਦਾਖਾਂ ਕਿਵੇਂ ਪੈਦਾ ਹੋਣਗੀਆਂ। ਬੀਜ ਕਪਾਹ ਦੇ ਨੇ, ਦੱਸੋ ਉਹਦੇ ਵਿੱਚੋਂ ਰੇਸ਼ਮ ਕਿਵੇਂ ਪੈਦਾ ਹੋਏਗੀ। ਲੋੜ ਹੈ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਈਂਦਾ, ਪੈਂਦਾ ਲੋੜ ਹੈ ਪੱਟ। ਕਹਿੰਦੇ ਬੀਜੀ ਕਪਾਹ ਹੈ, ਨਰਮਾ ਹੈ, ਉਹਦੇ ਵਿੱਚੋਂ ਰੇਸ਼ਮ ਕਿਵੇਂ ਪੈਦਾ ਹੋਏਗਾ। ਭਾਵ ਬਾਬਾ ਫਰੀਦ ਸਾਹਿਬ ਦੇ ਕਹਿਣ ਦਾ, ਜੋ ਬੀਜ ਬੀਜਿਆ ਉਹਦੇ ਉੱਤੇ ਫਲ ਵੀ ਉਹੀ ਹੋਏਗਾ। ਸੋ ਗੁਰੂ ਸਾਹਿਬ ਉਹੀ ਗੱਲ ਸਾਨੂੰ ਸਮਝਾ ਰਹੇ। ਕਹਿੰਦੇ ਦੱਦੈ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਅੱਜ ਦੇ ਬਚਨ ਅੰਦਰ ਵੀ ਸਤਿਗੁਰੂ ਜੀ ਇਹੀ ਗੱਲ ਸਮਝਾ ਰਹੇ। ਕਹਿੰਦੇ ਮੈਂ ਕੁਚੱਜੀ ਆ, ਮੈਨੂੰ ਚੱਜ ਨਹੀਂ। ਮੰਝ ਕੁਚੱਜੀ ਅਮਾਵਨ ਡੋਸੜੇ, ਮੈਂ ਕੁਚੱਜੀ ਮੈਨੂੰ ਚੱਜ ਨਹੀਂ। ਮੈਂ ਕੰਮ ਅਵੱਲੇ ਕਰਕੇ, ਮਾੜੇ ਕਰਮ ਕਰਕੇ ਤੇ ਉਹਦਾ ਦੋਸ਼ ਕਿਸੇ ਦੂਜੇ ਨੂੰ ਦੇਣੀ ਆ ਕਿ ਮੈਂ ਨਹੀਂ ਕੀਤਾ, ਇਹਨੇ ਕੀਤਾ ਹੈ। ਕਹਿੰਦੇ ਦੱਸੋ ਜਦੋਂ ਇਹ ਹਾਲਾਤ ਬਣੇ ਹੋਏ ਨੇ, ਮੈਂ ਆਪਣੀ ਗਲਤੀ ਨੂੰ ਮੰਨਦੀ ਹੀ ਨਹੀਂ ਆ, ਤਾਂ ਕਿਵੇਂ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋਏਗਾ। ਕਿਉਂਕਿ ਗੁਰਮਤ ਨੇ ਇਹ ਕਿਹਾ ਹੈ, ਗੁਰਮਤ ਇਹ ਕਹਿੰਦੀ ਹੈ ਕਿ ਉਹਦੇ ਨਾਲ ਮਿਲਾਪ ਕਰਨ ਦੇ ਲਈ ਸਭ ਤੋਂ ਪਹਿਲਾਂ ਤੈਨੂੰ ਕਬੂਲ ਕਰਨਾ ਪਊਗਾ, ਤੈਨੂੰ ਮੰਨਣਾ ਪਏਗਾ। ਕੀ ਮੰਨਣਾ ਪਏਗਾ? ਜਿਹੜਾ ਅਸੀਂ ਜ਼ਿਕਰ ਪੜ੍ਹਦੇ ਆ ਨਾ, ਪਹਿਲਾ ਮਰਨ ਕਬੂਲ ਕਰ। ਇਹ ਮਰਨ ਕਬੂਲ ਦਾ ਭਾਵ ਕੀ ਹੈ? ਮਰਨ ਕਬੂਲ ਦਾ ਭਾਵ ਹੈ, ਆਮ ਕਰਕੇ ਤੁਸੀਂ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਸ਼ਬਦ ਸੁਣਿਆ ਹੋਣਾ, ਸਾਡੇ ਬਜ਼ੁਰਗ ਜਾਂ ਸਾਡੇ ਪਰਿਵਾਰਾਂ 'ਚ ਇਹ ਗੱਲ ਕਹੀ ਜਾਂਦੀ ਹੈ ਕਿ ਸਾਡਾ ਤੇ ਮਰਨ ਹੀ ਹੋ ਗਿਆ। ਕਈ ਵਾਰ ਕੁਝ ਐਸੀ ਘਟਨਾ ਵਾਪਰ ਜਾਏ ਜਿਹਦੇ ਨਾਲ ਨਮੋਸ਼ੀ ਝੱਲਣੀ ਪਏ ਤੇ ਆਪਾਂ ਕਹਿੰਦੇ ਆ ਵੀ ਸਾਡੇ ਕੋਲ ਤੇ ਉੱਥੇ ਖੜਿਆ ਨਹੀਂ ਜਾਂਦਾ ਸੀ, ਸਾਡਾ ਤੇ ਮਰਨ ਹੀ ਹੋ ਗਿਆ। ਭਾਵ ਅਸੀਂ ਜਿਉਂਦੇ ਜੀ ਮਰ ਗਏ। ਇਵੇਂ ਸਤਿਗੁਰੂ ਜੀ ਕਹਿੰਦੇ ਬੰਦਾ ਗਲਤੀ ਕਰ ਲੈਂਦਾ ਹੈ, ਪਰ ਗਲਤੀ ਕਰਕੇ ਉਸ ਨੂੰ ਮੰਨਣਾ ਉਹਨੂੰ ਉਹ ਲੱਗਦਾ ਕਿ ਜਿਵੇਂ ਹੁਣ ਵੀ ਮੈਂ ਮਰਿਆ ਤੇ ਹੁਣ ਵੀ ਮਰਿਆ। ਉਹ ਮੰਨਦਾ ਨਹੀਂ ਹੈ। ਪਰ ਕਹਿੰਦੇ ਗੁਰਮਤ ਦੇ ਵਿੱਚ ਪਹਿਲਾ ਰਾਹ ਹੀ ਇਹ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਤੈਨੂੰ ਮਰਨਾ ਪਏਗਾ, ਪਹਿਲਾਂ ਤੈਨੂੰ ਕਬੂਲ ਕਰਨਾ ਪਏਗਾ ਕਿ ਤੂੰ ਗਲਤ ਆ, ਤੇਰੇ ਕੋਲ ਗਲਤੀ ਹੋਈ ਹੈ, ਮੇਰੇ ਕੋਲ ਗਲਤੀ ਹੋਈ ਹੈ, ਇਹ ਮੰਨਣਾ ਪਏਗਾ। ਇਸ ਨੂੰ ਗੁਰਦੇਵ ਕਹਿੰਦੇ ਨੇ, ਪਹਿਲਾ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ। ਅੱਗੇ ਜੀਵਨ ਕਿਵੇਂ ਦਾ ਹੋਏਗਾ ਇਹਦੀ ਆਸ ਛੱਡ ਕੇ, ਕਿ ਜੇ ਮੈਂ ਗਲਤੀ ਕਬੂਲ ਕਰ ਲਈ, ਖੋਰੇ ਲੋਕ ਪਤਾ ਨਹੀਂ ਕੀ ਕਹਿਣਗੇ, ਕਿੰਨਾ ਕਿੰਨਾ ਗੱਲਾਂ ਦਾ ਮੈਨੂੰ ਸਾਹਮਣਾ ਕਰਨਾ ਪਏਗਾ। ਆਉਣ ਵਾਲੇ ਜੀਵਨ 'ਚ ਜਿਹੜੀ ਇਹ ਆਸ ਲਾਈ ਹੋਈ ਹੈ ਨਾ, ਇਹਨੂੰ ਛੱਡ, ਪਹਿਲਾਂ ਗਲਤੀ ਨੂੰ ਕਬੂਲ ਕਰ, ਮੰਨ। ਗੁਰਮਤ ਨੇ ਇੱਥੋਂ ਗੱਲ ਸ਼ੁਰੂ ਕੀਤੀ ਹੈ। ਸਤਿਗੁਰ ਦੇ ਜੀਵਨ ਵਿੱਚ ਕਈ ਘਟਨਾਵਾਂ ਇਸ ਪ੍ਰਥਾਏ ਆਉਂਦੀਆਂ ਨੇ ਕਿ ਜਿਹੜੇ ਸਤਿਗੁਰ ਦੇ ਦਰ ਤੇ ਆਏ, ਜਿਨ੍ਹਾਂ ਨੇ ਤੇ ਆਪਣੀਆਂ ਗਲਤੀਆਂ ਕਬੂਲ ਕੀਤੀਆਂ, ਸਤਿਗੁਰ ਨੇ ਉਹਨਾਂ ਦੀਆਂ ਝੋਲੀਆਂ ਨੂੰ ਭਰਿਆ, ਤੇ ਜਿਨ੍ਹਾਂ ਨੇ ਗਲਤੀ ਨੂੰ ਗੁਰੂ ਦੇ ਸਨਮੁਖ ਖੜੇ ਹੋ ਕੇ ਕਬੂਲ ਨਹੀਂ ਕੀਤਾ, ਗੁਰਦੇਵ ਨੇ ਉਹਨਾਂ ਦੀ ਝੋਲੀ ਦੇ ਵਿੱਚ ਇੱਕ ਕਿਣਕਾ ਮਾਤਰ ਵੀ ਕੁਝ ਨਹੀਂ ਪਾਇਆ। ਇਹ ਸਾਡੇ ਇਤਿਹਾਸ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਹੈ। ਸੋ ਪਾਤਸ਼ਾਹ ਅੱਜ ਦੇ ਸ਼ਬਦ ਚ ਆਖਦੇ ਨੇ, ਕਹਿੰਦੇ ਮੰਝ ਕੁਚੱਜੀ ਅਮਾਵਨ ਡੋਸੜੇ। ਮੈਂ ਕੁਚੱਜੀ ਆ, ਮੈਨੂੰ ਚੱਜ ਨਹੀਂ, ਤੇ ਮੰਦੇ ਕਰਮ ਕਰਕੇ ਮੈਂ ਮੰਦੇ ਕਰਮਾਂ ਦਾ ਦੋਸ਼ ਕਿਸੇ ਦੂਜੇ ਨੂੰ ਦੇਨੀ ਆ। ਹਉ ਕਿਉਂ ਸ਼ੈ ਰਾਵਣ ਜਾਉ ਜਿਉ। ਦੱਸੋ ਫਿਰ ਮੈਂ ਕਿਵੇਂ ਉਸ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਕਰ ਸਕਦੀ ਹਾਂ। ਇੱਕ ਦੂ ਇੱਕ ਚੜਨ ਦੀਆਂ
ਕੌਣ ਜਾਣੈ ਮੇਰਾ ਨਾਉ ਜਿਉ। ਹੇ ਵਾਹਿਗੁਰੂ, ਇੱਕ ਤੋਂ ਇੱਕ ਚੜ੍ਹਦੀਆਂ ਮੇਰੇ ਨਾਲੋਂ ਤੇ ਇਸ ਸੰਸਾਰ ਵਿੱਚ ਪਤਾ ਨਹੀਂ ਕਿੰਨੀਆਂ ਕੁ ਚੰਗੀਆਂ ਨੇ, ਮੇਰੇ ਨਾਲੋਂ ਤੇ ਇਸ ਸੰਸਾਰ ਵਿੱਚ ਪਤਾ ਨਹੀਂ ਕਿੰਨੇ ਕੁ ਵਧੀਆ ਨੇ, ਪਰ ਫੇਰ ਵੀ ਮੈਂ ਇਹ ਗੱਲ ਮੰਨਣ ਲਈ ਤਿਆਰ ਨਹੀਂ। ਮੇਰੇ ਅੰਦਰ ਇਹੀ ਹੈ ਕਿ ਮੇਰੇ ਤੋਂ ਵਧੀਆ ਹੋਰ ਕੋਈ ਨਹੀਂ, ਮੇਰੇ ਵਰਗਾ ਹੋਰ ਕੋਈ ਨਹੀਂ ਹੈ। ਮੇਰੇ ਅੰਦਰ ਇਹੀ ਗੱਲ ਘਰ ਕਰ ਬੈਠੀ ਹੈ, ਇਹ ਵਸੀ ਹੋਈ ਹੈ। ਇਸੇ ਕਰਕੇ ਗੁਰਦੇਵ ਕਹਿੰਦੇ ਮਨਮੁਖ ਬੰਦਾ ਇਹ ਗੱਲ ਕਹਿ ਰਿਹਾ ਹੈ, ਉਹ ਆਪਣੇ ਵੱਲੋਂ ਇਹ ਕਬੂਲ ਕਰ ਰਿਹਾ ਹੈ ਕਿ ਇੱਕ ਨੂੰ ਇੱਕ ਚੜ੍ਹਦੀਆਂ ਮੇਰੇ ਨਾਲੋਂ ਤੇ ਇੱਕ ਤੋਂ ਇੱਕ ਚੜ੍ਹਦੀਆਂ ਨੇ, ਭਾਵ ਇੱਕ ਤੋਂ ਇੱਕ ਚੰਗੀਆਂ ਨੇ। ਕੌਣ ਜਾਣੈ ਮੇਰਾ ਨਾਉ ਜਿਉ। ਇੱਥੇ ਕੌਣ ਮੇਰੇ ਨਾਂ ਨੂੰ ਜਾਣਦਾ ਹੈ? ਮੇਰੀ ਕੋਈ ਖਾਸ ਪਹਿਚਾਣ ਨਹੀਂ ਹੈ, ਪਰ ਫੇਰ ਵੀ ਮੇਰੇ ਅੰਦਰ ਇਹ ਭਾਵ ਬੈਠਾ ਹੋਇਆ ਹੈ ਕਿ ਮੇਰੇ ਵਰਗਾ ਕੋਈ ਨਹੀਂ ਹੈ। ਜਿਨੀ ਸਖੀ ਸਹਿਰਾਵਿਆ ਸੇ ਅੰਬੀ ਛਾਵੜੀਏ ਜਿਉ। ਜਿਨ੍ਹਾਂ ਸਖੀਆਂ ਨੇ, ਭਾਵ ਜਿਨ੍ਹਾਂ ਸਤ ਸੰਗੀ ਜਨਾਂ ਨੇ ਪਰਮੇਸ਼ਰ ਦੀ ਛੋਹ ਨੂੰ ਮਾਣਿਆ ਹੈ, ਉਹਦੇ ਨਿਗ ਨੂੰ ਮਾਣਿਆ ਹੈ, ਭਾਵ ਜਿਨ੍ਹਾਂ ਨੇ ਪਰਮੇਸ਼ਰ ਨਾਲ ਮਿਲਾਪ ਕੀਤਾ ਹੈ, ਉਹ ਸਮਝ ਲਓ ਉਵੇਂ ਦਾ ਸੁੱਖ ਲੈ ਰਹੀਆਂ ਨੇ ਜਿਵੇਂ ਦਾ ਸੁੱਖ ਇੱਕ ਬੰਦਾ ਗਰਮੀਆਂ ਦੇ ਦਿਨਾਂ ਦੇ ਵਿੱਚ ਸੰਘਣੀ ਅੰਬ ਦੇ ਰੁੱਖ ਦੀ ਛਾਂ ਹੋਵੇ ਤੇ ਉਹਦੇ ਥੱਲੇ ਬਹਿ ਕੇ ਲੈਂਦਾ। ਜਿਵੇਂ ਰੁੱਖ ਅੰਬ ਦੇ ਰੁੱਖ ਦੀ ਸੰਘਣੀ ਛਾਂ ਹੁੰਦੀ ਹੈ, ਲੋਕ ਉਹਦੇ ਥੱਲੇ ਬਹਿੰਦੇ ਨੇ ਤੇ ਬਹਿ ਕੇ ਆਨੰਦ ਮਾਣਦੇ ਨੇ, ਉਹਦੀ ਠੰਡਕ ਦਾ, ਉਹਦੇ ਫਲਾਂ ਦਾ, ਉਹਦੇ ਥੱਲੇ ਆ ਰਹੀ ਹਵਾ ਦਾ। ਪਾਤਸ਼ਾਹ ਕਹਿੰਦੇ ਉਵੇਂ ਦਾ ਆਨੰਦ ਉਹ ਸਤ ਸੰਗੀ ਜਨ ਜਾਂ ਉਹ ਜੀਵ ਇਸਤਰੀਆਂ ਮਾਣ ਰਹੀਆਂ ਹਨ ਜਿਨ੍ਹਾਂ ਨੇ ਪਰਮੇਸ਼ਰ ਦੇ ਮਿਲਾਪ ਨੂੰ ਮਾਣਿਆ ਹੈ। ਜਿਨੀ ਸਖੀ ਸ਼ਹਿਰਾਵਿਆ ਸੇ ਅੰਬੀ ਛਾਵੜੀਏ ਜਿਉ। ਸੇ ਗੁਣ ਮੰਝ ਨਾ ਆਵਨੀ। ਮੰਝ ਦਾ ਮਤਲਬ ਹੈ ਮੇਰੇ ਵਿੱਚ, ਪਰ ਮੇਰੇ ਕੋਲ ਉਹ ਗੁਣ ਨਹੀਂ ਕਿ ਮੈਂ ਉਹਨਾਂ ਵਰਗੀ ਬਣ ਸਕਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਮਿਲਾਪ ਦਾ ਨਿੱਘ ਮਾਣਿਆ ਹੈ। ਉਹਨਾਂ ਵਰਗੇ ਗੁਣ ਮੇਰੇ ਕੋਲ ਨਹੀਂ ਹਨ। ਸੇ ਗੁਣ ਮੰਝ ਨਾ ਆਵਨੀ ਹਉ ਕੈ ਜੀ ਦੋਸ਼ ਧਰੇਉ ਜਿਉ। ਫਿਰ ਮੈਂ ਦੋਸ਼ ਕਿਹਨੂੰ ਦਵਾਂ, ਕਸੂਰਵਾਰ ਕਿਹਨੂੰ ਠਹਿਰਾਵਾਂ? ਜਦੋਂ ਗੁਣ ਮੇਰੇ 'ਚ ਨਹੀਂ ਗਏ, ਉਹ ਕੁਆਲਿਟੀ ਮੇਰੇ 'ਚ ਨਹੀਂ ਗਈ, ਤੇ ਦੋਸ਼ ਮੈਂ ਕਿਹਨੂੰ ਦਵਾਂ? ਕਸੂਰ ਤੇ ਮੇਰਾ ਹੀ ਹੈ ਨਾ, ਗਲਤੀ ਤਾਂ ਮੇਰੀ ਹੈ। ਤਾਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਮੈਂ ਕਿਸੇ ਦੂਜੇ ਨੂੰ ਕਸੂਰਵਾਰ ਨਹੀਂ ਠਹਿਰਾ ਸਕਦਾ। ਪਾਤਸ਼ਾਹ ਜੀ ਅੱਗੇ ਜ਼ਿਕਰ ਕਰਦੇ, ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਕਿੰਨਾ ਤੇਰਾ ਨਾਉ ਜਿਉ। ਹੇ ਵਾਹਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਬਿਆਨ ਕਰਾਂ, ਮੈਂ ਤੇਰੀ ਕਿਹੜੀ ਕਿਹੜੀ ਸਿਫਤ ਲਿਖਾਂ, ਮੈਂ ਤੇਰੀ ਕਿਹੜੀ ਕਿਹੜੀ ਸਿਫਤ ਨੂੰ ਬੋਲ ਕੇ ਦੱਸਾਂ। ਤੇਰੇ 'ਚ ਤੇ ਅਨੇਕ ਹੀ ਵਡਿਆਈਆਂ ਨੇ, ਤੇਰੇ 'ਚ ਤੇ ਅਨੇਕ ਹੀ ਗੁਣ ਨੇ। ਗੁਰਬਾਣੀ ਨੂੰ ਜਦੋਂ ਪੜ੍ਹਦੇ ਹਾਂ ਤਾਂ ਸਤਿਗੁਰੂ ਜੀ ਇਹ ਗੱਲ ਬੜੀ ਖੁੱਲ੍ਹ ਦਿਲੀ ਦੇ ਨਾਲ ਲਿਖਦੇ ਹਨ ਕਿ ਉਸ ਵਾਹਿਗੁਰੂ ਦੇ ਗੁਣਾਂ ਨੂੰ ਇਸ ਜ਼ਬਾਨ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਬਾਣੀ ਦੇ ਵਿੱਚ ਬਚਨ ਹਨ, ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਦਾਨਾ। ਤੂੰ ਤੇ ਗੁਣਾਂ ਦਾ ਖਜ਼ਾਨਾ ਹੈ, ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਬੋਲ ਕੇ ਦੱਸਾਂ। ਇੱਕ ਬਚਨ ਨਾ ਬਾਬਾ ਕਬੀਰ ਸਾਹਿਬ ਦਾ ਹੁੰਦਾ ਹੈ, ਬੜਾ ਪਿਆਰਾ ਬਚਨ ਹੈ। ਉਹਦੇ 'ਚ ਬਾਬਾ ਕਬੀਰ ਸਾਹਿਬ ਕਹਿੰਦੇ, ਵੈਸੇ ਤੇ ਇਸ ਤਰ੍ਹਾਂ ਕਰਨਾ ਅਸੰਭਵ ਹੈ, ਇਸ ਤਰ੍ਹਾਂ ਕੀਤਾ ਨਹੀਂ ਜਾ ਸਕਦਾ, ਪਰ ਫੇਰ ਵੀ
ਜੇ ਕਿਤੇ ਮੇਰੇ ਅੰਦਰ ਇਹ ਸਮਰੱਥਾ ਆ ਜਾਏ ਤੇ ਮੈਂ ਇਸ ਤਰ੍ਹਾਂ ਕਰ ਲਵਾਂ। ਕਿਸ ਤਰ੍ਹਾਂ? ਉਹ ਕਹਿੰਦੇ ਹਨ, ਸਾਤ ਸਮੁੰਦੈ ਮਸ ਕਰੋ। ਮਸ ਕਹਿੰਦੇ ਨੇ ਸ਼ਾਹੀ ਨੂੰ। ਕਹਿੰਦੇ ਸੱਤਾਂ ਸਮੁੰਦਰਾਂ ਦੀ ਮੈਂ ਸ਼ਾਹੀ ਬਣਾ ਲਵਾਂ। ਕਲਮ ਕਰੋ ਬਨ ਰਾਏ। ਬਨ ਰਾਏ ਕਹਿੰਦੇ ਨੇ ਲੱਕੜ ਨੂੰ। ਜਿੰਨੀ ਵੀ ਧਰਤੀ ਤੇ ਲੱਕੜ ਹੈ, ਲੱਕੜੀ ਹੈ। ਕਹਿੰਦੇ ਜਿੰਨੀ ਵੀ ਧਰਤੀ ਤੇ ਲੱਕੜੀ ਹੈ, ਇਹਦੀ ਕਲਮਾਂ ਬਣਾ ਲਵਾਂ। ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ। ਸੱਤਾਂ ਸਮੁੰਦਰਾਂ ਦੀ ਸ਼ਾਹੀ ਬਣਾਵਾਂ, ਜਿੰਨੀ ਲੱਕੜ ਹੈ ਉਹਦੀ ਕਲਮ ਬਣਾ ਲਵਾਂ। ਬਸੁਦਾ ਕਾਗਦ ਜੋ ਕਰੋ। ਬਸੁਦਾ, ਬਸੁਦਾ ਕਹਿੰਦੇ ਨੇ ਧਰਤੀ ਨੂੰ। ਜਿੰਨੀ ਵੀ ਧਰਤੀ ਹੈ, ਇਸ ਧਰਤੀ ਦਾ ਮੈਂ ਕਾਗਜ਼ ਬਣਾ ਲਵਾਂ। ਕਹਿੰਦੇ ਇਹ ਕੰਮ ਕੋਈ ਕਰ ਨਹੀਂ ਸਕਦਾ। ਪਰ ਫਿਰ ਵੀ ਜੇ ਕਿਤੇ ਵਾਹਿਗੁਰੂ ਮੈਨੂੰ ਤਾਕਤ ਬਖਸ਼ੇ ਤੇ ਮੈਂ ਸਮੁੰਦਰਾਂ ਦੇ ਪਾਣੀ ਨੂੰ ਸ਼ਾਹੀ 'ਚ ਬਦਲ ਦੇਵਾਂ। ਜਿੰਨੀ ਧਰਤੀ ਹੈ ਉਸ ਦੀਆਂ ਉਹਦੇ ਉੱਤੇ ਜਿੰਨੀ ਲੱਕੜ ਹੈ ਉਹਨੂੰ ਕਲਮਾਂ 'ਚ ਬਦਲ ਦੇਵਾਂ, ਤੇ ਜਿੰਨੀ ਧਰਤੀ ਹੈ ਉਹਦਾ ਕਾਗਜ਼ ਬਣਾ ਲਵਾਂ। ਤੇ ਫਿਰ ਰੱਬ ਦੇ ਗੁਣ ਲਿਖਣ ਲੱਗਾ, ਉਹਦੀ ਵਡਿਆਈ ਲਿਖਣ ਲੱਗਾ। ਕਹਿੰਦੇ ਲਿਖੀ ਨਹੀਂ ਜਾ ਸਕਦੀ। ਭਾਵ ਸਮੁੰਦਰ ਜਿੰਨੀ ਸ਼ਾਹੀ ਹੋਵੇ ਉਹ ਵੀ ਘੱਟ ਹੈ। ਸਾਰੀ ਧਰਤੀ ਦੀਆਂ ਲੱਕੜਾਂ ਹੋਣ, ਉਹ ਕਲਮਾਂ ਬਣ ਜਾਣ, ਉਹ ਵੀ ਘੱਟ ਨੇ। ਜਿੰਨੀ ਧਰਤੀ ਹੈ ਉਹਨਾਂ ਕਾਗਜ਼ ਹੋਵੇ ਉਹ ਵੀ ਘੱਟ ਹੈ। ਉਹਦੇ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦਾ ਵਚਨ ਹੈ, ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨ ਰਾਏ। ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਬਾਣੀ ਦੇ ਵਿੱਚ ਇਹ ਗੱਲ ਬੜੀ ਬਾਖੂਬੀ ਕਹੀ ਹੈ ਕਿ ਵਾਹਿਗੁਰੂ ਦੇ ਮੁਕੰਮਲ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ। ਤਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਇਹ ਗੱਲ ਕਹਿ ਦਿੱਤੀ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਮੈਂ ਤੇ ਤੇਰੇ ਤੋਂ ਇੱਕ ਵਾਰ ਵੀ ਕੁਰਬਾਨ ਨਹੀਂ ਜਾ ਸਕਦਾ, ਤੇ ਤੇਰੀ ਕੁਦਰਤ ਬਾਰੇ ਮੈਂ ਕੀ ਵਿਚਾਰ ਆਖਾਂ, ਮੈਂ ਕੀ ਕਹਾਂ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ। ਸੋ ਸਤਿਗੁਰੂ ਜੀ ਅੱਜ ਦੇ ਪਵਿੱਤਰ ਬਚਨ 'ਚ ਇਹੀ ਗੱਲ ਸਾਡੇ ਸਾਹਮਣੇ ਰੱਖ ਰਹੇ, ਕਿਆ ਗੁਣ ਤੇਰੇ ਵਿਥਰਾ। ਵਿਥਰਾ ਦਾ ਮਤਲਬ ਹੁੰਦਾ ਹੈ ਵਿਸਤਾਰ ਕਰਨਾ, ਦੱਸਣਾ, ਬਿਆਨ ਕਰਨਾ, ਕਥਨ ਕਰਨਾ। ਹੇ ਵਾਹਿਗੁਰੂ, ਮੈਂ ਤੇਰੇ ਕਿਹੜੇ ਕਿਹੜੇ ਗੁਣਾਂ ਨੂੰ ਵਿਥਰਾ ਬਿਆਨ ਕਰਾਂ। ਕਿਆ ਕਿਆ ਕਿੰਨਾ ਤੇਰਾ ਨਾਉ ਜਿਉ। ਮੈਂ ਤੇਰੇ ਕਿਹੜੇ ਕਿਹੜੇ ਨਾਮ ਨੂੰ ਕਥਨ ਕਰਾਂ, ਬੋਲਾਂ। ਮੈਂ ਦੱਸ ਨਹੀਂ ਸਕਦੀ ਤੇਰੇ 'ਚ ਕਿੰਨੇ ਗੁਣ ਨੇ ਤੇ ਤੇਰੇ ਕਿੰਨੇ ਨਾਮ ਇਸ ਦੁਨੀਆ ਦੇ ਵਿੱਚ ਪ੍ਰਚਲਿਤ ਨੇ। ਇਕਤ ਢੋਲ ਨਾ ਅੰਬਣਾ, ਇਕਤ ਢੋਲ ਨਾ ਅੰਬਣਾ। ਮੈਂ ਤੇ ਜਿਵੇਂ ਤਕੜੀ ਦੇ ਵਿੱਚ ਆਪਾਂ ਦੋ ਚੀਜ਼ਾਂ ਪਾਉਂਦੇ ਹਾਂ, ਇੱਕ ਪਾਸੇ ਸਮਾਨ ਪਾਇਆ ਜਾਂਦਾ ਹੈ ਤੇ ਇੱਕ ਪਾਸੇ ਤੋਲਣ ਵਾਲੇ ਵੱਟੇ ਪਾਏ ਜਾਂਦੇ ਹਨ। ਜਦੋਂ ਸਮਾਨ ਵੱਟਿਆਂ ਦੇ ਬਰਾਬਰ ਹੋ ਜਾਏ ਤੇ ਤਕੜੀ ਇੱਕ ਥਾਂ ਤੇ ਖੜ ਜਾਂਦੀ ਹੈ, ਬਰਾਬਰ ਹੋ ਜਾਂਦੀ ਹੈ। ਉਹਦਾ ਤੁਲਾ ਇੱਕ ਥਾਂ ਤੇ ਖੜ ਜਾਂਦਾ ਹੈ, ਨਾ ਉਸ ਪਾਸੇ ਹੁੰਦਾ ਨਾ ਉਸ ਪਾਸੇ ਹੁੰਦਾ। ਕਹਿੰਦੇ ਹੇ ਵਾਹਿਗੁਰੂ, ਮੈਂ ਤੇਰੀ ਤਕੜੀ ਦੇ ਵਿੱਚ ਪੂਰਾ ਨਹੀਂ ਆ ਸਕਦਾ। ਭਾਵ ਤੇਰੇ ਗੁਣਾਂ ਦੇ ਬਰਾਬਰ ਮੇਰੀ ਉਹ ਸਮਰੱਥਾ ਨਹੀਂ ਕਿ ਮੈਂ ਪੂਰਾ ਉਤਰ ਸਕਾਂ। ਮੈਂ ਤੇਰੇ ਗੁਣਾਂ ਦੇ ਬਰਾਬਰ ਬੜਾ ਹੌਲਾ ਤੇ ਬੜਾ ਹਲਕਾ ਵਾਂ। ਜਿਵੇਂ ਕੋਈ ਸਮਾਨ ਵੱਟਿਆਂ ਤੋਂ ਹਲਕਾ ਹੋਏ ਤੇ ਵੱਟੇ ਨਿਉ ਜਾਂਦੇ ਨੇ ਤੇ ਸਮਾਨ ਉੱਪਰ ਉੱਠ ਜਾਂਦਾ। ਕਹਿੰਦੇ ਤੇਰੇ ਗੁਣ ਭਾਰੀ ਨੇ, ਤੇਰੀ ਵਡਿਆਈ ਭਾਰੀ ਹੈ, ਮੈਂ ਉਹਦੇ ਬਰਾਬਰ ਖੜਾ ਨਹੀਂ ਹੋ ਸਕਦਾ, ਉਹਦੇ ਤੁੱਲ ਨਹੀਂ ਖੜਾ ਹੋ ਸਕਦਾ। ਗੁਰਦੇਵ ਜ਼ਿਕਰ ਕਰਦੇ, ਇਕਤ ਢੋਲ ਨਾ ਅੰਬੜਾ, ਹਉ ਸਦ ਕੁਰਬਾਨੈ ਤੇਰੇ ਜਾਉ ਜਿਉ। ਮੈਂ ਤੇ ਤੇਰੇ ਤੋਂ ਕੁਰਬਾਨ ਹੀ ਜਾ ਸਕਦਾ। ਕੁਰਬਾਨ ਜਾਣ ਦਾ ਭਾਵ ਹੈ ਆਪਣਾ ਆਪਾ ਕਿਸੇ ਦੇ ਸਾਹਮਣੇ ਸਮਰਪਣ ਕਰ ਦੇਣਾ।
ਕੁਰਬਾਨ ਤੋਂ ਹੀ ਬਣਿਆ ਹੈ ਕੁਰਬਾਨੀ। ਕੁਰਬਾਨੀ ਸ਼ਬਦ ਅਸੀਂ ਆਮ ਕਰਕੇ ਸੁਣਦੇ ਹਾਂ ਕਿ ਫਲਾਣੇ ਨੇ ਫਲਾਣੇ ਵਾਸਤੇ ਬੜੀ ਕੁਰਬਾਨੀ ਕੀਤੀ, ਉਹਨੇ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ। ਕਹਿੰਦੇ ਹੇ ਵਾਹਿਗੁਰੂ, ਮੈਂ ਤੇਰੇ ਗੁਣਾਂ ਦੇ ਤੁੱਲ ਨਹੀਂ ਚੜ ਸਕਦਾ, ਮੈਂ ਤੇ ਕੇਵਲ ਤੇਰੇ ਤੋਂ ਆਪਣਾ ਆਪਾ ਹੀ ਕੁਰਬਾਨ ਕਰ ਸਕਦਾ, ਭਾਵ ਆਪਣਾ ਆਪਾ ਸਮਰਪਣ ਕਰ ਸਕਦਾ ਤੇਰੇ ਅੱਗੇ। ਜਿਹਨੂੰ ਬਾਣੀ ਆਂਦੀ ਹੈ ਆਪਣਾ ਧਨ ਵੀ ਸਮਰਪਣ ਕਰਨਾ, ਆਪਣਾ ਮਨ ਵੀ ਸਮਰਪਣ ਕਰਨਾ ਤੇ ਆਪਣਾ ਧਨ ਵੀ ਸਮਰਪਣ ਕਰਨਾ, ਇਸ ਨੂੰ ਬਾਣੀ ਇਉਂ ਕਹਿੰਦੀ ਹੈ। ਬਾਣੀ ਵਿੱਚ ਇਹਦੇ ਬਾਰੇ ਇਸ ਤਰ੍ਹਾਂ ਦਾ ਵਚਨ ਵੀ ਹੈ, ਪਾਤਸ਼ਾਹ ਜੀ ਜਿੱਥੇ ਕਹਿੰਦੇ ਨੇ, ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਹਨੂੰ ਇਉਂ ਵੀ ਬਾਣੀ ਆਖਦੀ ਹੈ ਕਿ ਆਪਾ ਸਮਰਪਣ ਕਰਨਾ। ਸੋ ਪਾਤਸ਼ਾਹ ਬਚਨ ਕਰਦੇ ਨੇ, ਇਕਤ ਟੋਲ ਨਾ ਅੰਬੜਾ, ਹਉ ਸਦ ਕੁਰਬਾਨ ਤੇਰੇ ਜਾਉ ਜਿਉ। ਮੈਂ ਤੇਰੇ ਤੁੱਲ ਨਹੀਂ ਖੜ ਸਕਦੀ, ਮੈਂ ਤਾਂ ਤੇਰੇ ਤੋਂ ਕੁਰਬਾਨ ਹੀ ਜਾ ਸਕਦੀ ਹਾਂ। ਮੇਰੇ ਚੋਂ ਗੁਣ ਨਹੀਂ ਕਿ ਮੈਂ ਤੇਰੇ ਗੁਣਾਂ ਦੇ ਤੇ ਤੇਰੇ ਤੁੱਲ ਖੜ ਜਾਵਾਂ। ਸਤਿਗੁਰੂ ਜੀ ਅੱਗੇ ਜ਼ਿਕਰ ਕਰਦੇ, ਸੋਇਨਾ ਰੂਪਾ ਰੰਗਲਾ, ਮੋਤੀ ਤੈ ਮਾਣਕ ਜਿਉ। ਹੇ ਵਾਹਿਗੁਰੂ, ਤੂੰ ਮੈਨੂੰ ਸੋਨਾ ਦਿੱਤਾ। ਰੂਪਾ, ਰੂਪਾ ਕਹਿੰਦੇ ਨੇ ਚਾਂਦੀ ਨੂੰ, ਤੂੰ ਮੈਨੂੰ ਚਾਂਦੀ ਦਿੱਤੀ। ਰੰਗਲਾ, ਤੂੰ ਮੈਨੂੰ ਰੰਗਲਾ ਜੀਵਨ ਦਿੱਤਾ, ਭਾਵ ਬੜਾ ਵਧੀਆ ਪਰਿਵਾਰ, ਘਰ-ਬਾਰ, ਜ਼ਮੀਨ ਜਾਇਦਾਦ ਦਿੱਤੀ। ਮੋਤੀ, ਤੂੰ ਮੈਨੂੰ ਮੋਤੀ ਦਿੱਤੇ। ਮਾਣਕ, ਮਾਣਕ ਦਾ ਭਾਵ ਹੈ ਮਣਕੇ, ਤੂੰ ਮੈਨੂੰ ਮਣਕੇ। ਇਹ ਸਭ ਕੀਮਤੀ ਚੀਜ਼ਾਂ ਨੇ, ਭਾਵ ਤੂੰ ਮੈਨੂੰ ਬੇਸ਼ੁਮਾਰ ਕੀਮਤੀ ਚੀਜ਼ਾਂ ਦਿੱਤੀਆਂ ਨੇ। ਸੋਇਨਾ ਰੂਪਾ ਰੰਗਲਾ, ਮੋਤੀ ਤੈ ਮਾਣਕ ਜਿਉ। ਤੂੰ ਮੈਨੂੰ ਸੋਨਾ ਦਿੱਤਾ ਹੈ, ਚਾਂਦੀ ਦਿੱਤੀ ਹੈ, ਰੰਗਲੇ ਦਿਨ ਦਿੱਤੇ ਨੇ, ਤੂੰ ਮੈਨੂੰ ਮੋਤੀ ਦਿੱਤੇ ਨੇ, ਮਾਣਕਾਂ ਵਰਗੀਆਂ ਕੀਮਤੀ ਚੀਜ਼ਾਂ ਦਿੱਤੀਆਂ ਨੇ। ਇਹ ਸਾਰੀਆਂ ਦਾਤਾਂ ਤੇਰੀਆਂ ਨੇ, ਪਰ ਮੇਰੇ ਕੋਲ ਗਲਤੀ ਕੀ ਹੋਈ ਹੈ? ਸੇ ਵਸਤੂ ਸ਼ੈ ਦਿੱਤੀਆਂ, ਇਹ ਸਾਰੀਆਂ ਵਸਤੂਆਂ ਤੂੰ ਮੈਨੂੰ ਦਿੱਤੀਆਂ ਨੇ, ਪਰ ਮੇਰੇ ਕੋਲ ਗਲਤੀ ਕੀ ਹੋਈ ਹੈ? ਮੈਂ ਤਿਨ ਸਿਉ ਲਾਇਆ ਚਿਤ ਜਿਉ। ਇਹ ਚੀਜ਼ਾਂ ਤੂੰ ਮੈਨੂੰ ਦਿੱਤੀਆਂ ਸਨ, ਇਹ ਤੇਰੀਆਂ ਦਾਤਾਂ ਸਨ, ਇਸੇ ਕਰਕੇ ਮੈਨੂੰ ਆਪਣਾ ਚਿੱਤ ਤੇਰੇ ਨਾਲ ਜੋੜਨਾ ਚਾਹੀਦਾ ਸੀ, ਪਰ ਮੇਰੇ ਕੋਲ ਗਲਤੀ ਹੋ ਗਈ ਹੈ ਕਿ ਤੇਰੇ ਨਾਲ ਚਿੱਤ ਨਾ ਜੋੜ ਕੇ ਮੈਂ ਇਹਨਾਂ ਚੀਜ਼ਾਂ ਨਾਲ ਆਪਣਾ ਚਿੱਤ ਜੋੜ ਲਿਆ। ਬਾਣੀ ਦੇ ਵਿੱਚ ਸਤਿਗੁਰ ਸੱਚੇ ਸਾਹਿਬ ਨੇ ਕਿਤੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਇਹ ਚੀਜ਼ਾਂ ਮਾੜੀਆਂ ਨੇ। ਗੁਰਦੇਵ ਨੇ ਦੇਖੋ ਅੱਜ ਦੇ ਬਚਨ 'ਚ ਇਹਨਾਂ ਨੂੰ ਦਾਤਾਂ ਆਖਿਆ ਕਿ ਸੋਨਾ ਵੀ ਉਹਦੀ ਦਾਤ ਹੈ, ਚਾਂਦੀ ਵੀ ਉਹਦੀ ਦਾਤ ਹੈ, ਰੰਗਲੇ ਦਿਨ ਵੀ ਉਹਦੀ ਦਾਤ ਹੈ, ਮਾਣਕ ਮੋਤੀ ਵੀ ਉਹਦੀ ਦਾਤ ਹੈ। ਇਹ ਉਹਦੀਆਂ ਦਾਤਾਂ ਨੇ, ਉਹਨੀਆਂ ਦੇਣੀਆਂ ਹੀ ਦੇਣੀਆਂ ਨੇ। ਪਰ ਗੁਰਦੇਵ ਕਹਿੰਦੇ ਗਲਤੀ ਇੱਥੇ ਆ ਕੇ ਹੁੰਦੀ ਹੈ ਕਿ ਬੰਦਾ ਇਹਨਾਂ ਦਾਤਾਂ ਦੇ ਨਾਲ ਚਿੱਤ ਜੋੜ ਦਿੰਦਾ ਹੈ ਤੇ ਜਿਹੜਾ ਦੇਣ ਵਾਲਾ ਉਹਨੂੰ ਭੁੱਲ ਜਾਂਦਾ ਹੈ। ਸੋ ਫਿਰ ਬਚਨ ਨੂੰ ਸਮਝਣਾ, ਸੋਇਨਾ ਰੂਪਾ ਰੰਗਲਾ, ਮੋਤੀ ਤਾ ਮਾਣਕ ਜਿਉ। ਸੇ ਵਸਤੂ ਸ਼ੈ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿੱਤ ਜਿਉ। ਮੈਂ ਇਹਨਾਂ ਨਾਲ ਆਪਣਾ ਚਿੱਤ ਜੋੜ ਲਿਆ, ਇਹਨਾਂ ਨਾਲ ਆਪਣੀ ਮੁਹੱਬਤ ਕਰ ਲਈ। ਮੰਦਰ ਮਿੱਟੀ ਸੰਦੜੇ ਪੱਥਰ, ਮੰਦਰ ਮਿੱਟੀ ਸੰਦੜੇ, ਮੰਦਰ ਦਾ ਅਰਥ ਹੁੰਦਾ ਘਰ। ਜੋ ਘਰ ਤੂੰ ਮੈਨੂੰ ਦਿੱਤਾ ਸੀ, ਭਾਵੇਂ ਉਹ ਮਿੱਟੀ ਦਾ ਹੋਵੇ ਭਾਵੇਂ ਉਹ ਪੱਥਰ ਦਾ ਹੋਏ, ਇਹ ਘਰ ਵੀ ਤੇਰੀ ਦਾਤ ਹੈ। ਮੰਦਰ ਮਿੱਟੀ ਸੰਦੜੇ ਪੱਥਰ, ਕੀਤੇ ਰਾਸ ਜੀਓ। ਮੈਂ ਇਹਨਾਂ ਨੂੰ ਹੀ ਸਾਰਾ ਕੁਝ ਸਮਝ ਲਿਆ, ਮੈਂ ਇਹਦੇ ਵਿੱਚ ਹੀ ਉਲਝ ਕੇ ਰਹਿ ਗਈ ਕਿ ਇਹੀ ਸਾਰਾ ਕੁਝ ਹੈ। ਮੈਂ ਤੈਨੂੰ ਵਿਸਾਰ ਦਿੱਤਾ, ਭਾਵ ਦੇਣ ਵਾਲੇ ਨੂੰ ਵਿਸਾਰ ਦਿੱਤਾ ਹੈ। ਜੋ ਦਾਤਾਂ ਦਿੱਤੀਆਂ ਨੇ ਉਹ ਮੇਰੇ ਖਿਆਲ 'ਚ ਨੇ, ਉਹ ਮੇਰੇ ਚਿੱਤ 'ਚ ਨੇ। ਪਾਤਸ਼ਾਹ ਜੀ ਕਹਿੰਦੇ ਨੇ,
ਹੋਂ ਇੰਨੀ ਢੋਲੀ ਭੁਲੀਅਸ, ਹੋਂ ਇੰਨੀ ਢੋਲੀ ਭੁਲੀਅਸ, ਮੈਂ ਇਹਨਾਂ ਵਿੱਚ ਲੱਗ ਕੇ ਤੈਨੂੰ ਭੁੱਲ ਗਈ ਹਾਂ। ਸੋਨੇ 'ਚ ਲੱਗ ਕੇ, ਚਾਂਦੀ 'ਚ ਲੱਗ ਕੇ, ਮੋਤੀ ਮਾਣਕਾਂ 'ਚ ਲੱਗ ਕੇ, ਘਰ-ਬਾਰ 'ਚ ਲੱਗ ਕੇ ਮੈਂ ਤੈਨੂੰ ਭੁਲਾ ਦਿੱਤਾ ਹੈ। ਹੋਂ ਇੰਨੀ ਢੋਲੀ ਭੁਲੀਅਸ, ਤਿਸ ਕੰਤ ਨ ਬੈਠੀ ਪਾਸ ਜੀਓ। ਮੈਂ ਉਸ ਕੰਤ ਪਤੀ ਪਰਮੇਸ਼ਰ ਦੇ ਲਾਗੇ ਉਹਦੇ ਅਹਿਸਾਸ ਨੂੰ ਇੱਕ ਪਲ ਵੀ ਮਾਣਿਆ ਨਹੀਂ ਹੈ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਅਸੀਂ ਸੰਸਾਰਕ ਤੌਰ ਤੇ ਆਪਣੇ ਘਰੋਂ ਆਪਣੀ ਧੀ ਨੂੰ ਵਿਆਹ ਕੇ ਤੋਰਦੇ ਹਾਂ, ਜਿੱਥੇ ਅਸੀਂ ਉਸ ਦੇ ਲਈ ਉਸ ਦੇ ਪਤੀ ਨੂੰ ਪਸੰਦ ਕਰਦੇ ਹਾਂ, ਉਸ ਨੂੰ ਇੱਕ ਜੀਵਨ ਸਾਥੀ ਲੱਭ ਕੇ ਦਿੰਦੇ ਹਾਂ, ਉੱਥੇ ਉਹਦੇ ਨਾਲ ਅਸੀਂ ਬਹੁਤ ਸਾਰਾ ਸਮਾਨ ਵੀ ਉਹਨੂੰ ਦਿੰਦੇ ਹਾਂ। ਪਰ ਤੁਸੀਂ ਧਿਆਨ ਦੇਣਾ, ਜੇ ਸਾਡੀ ਧੀ ਜੀਵਨ ਸਾਥੀ ਨੂੰ ਪਸੰਦ ਨਾ ਕਰਕੇ ਜੋ ਦਿੱਤਾ ਸਮਾਨ ਹੈ ਉਹਦੀ ਹੀ ਦੇਖਭਾਲ ਦੇ ਵਿੱਚ ਲੱਗੀ ਰਹੇ ਤੇ ਉਹ ਸਮਾਨ ਸਾਰੇ ਦਾ ਸਾਰਾ ਉਹਦੇ ਵਾਸਤੇ ਜ਼ਹਿਰ ਹੋ ਜਾਂਦਾ ਹੈ। ਭਾਵ ਜੇ ਦੋਨਾਂ ਦੀ ਆਪਸ ਵਿੱਚ ਨਾ ਬਣ ਆਏ ਤਾਂ ਉਹ ਜਿੰਨਾ ਵੀ ਸਮਾਨ ਹੈ ਨਾ, ਉਹ ਸਮਾਨ ਦਾ ਮੁੱਲ ਕੌਡੀਆਂ ਭਰ ਹੈ। ਪਰ ਜੇ ਦੋਵਾਂ ਦੀ ਬਣ ਆਏ ਤੇ ਉਸ ਸਮਾਨ ਦੀ ਕੀਮਤ ਲੱਖਾਂ ਭਰ ਹੈ। ਇਵੇਂ ਸਤਿਗੁਰੂ ਜੀ ਕਹਿੰਦੇ, ਉਸ ਵਾਹਿਗੁਰੂ ਨੇ ਇੱਥੇ ਤੈਨੂੰ ਬੜਾ ਕੁਝ ਦਿੱਤਾ ਸੀ, ਪਰ ਤੂੰ ਉਸ ਤਰ੍ਹਾਂ ਹੀ ਕੀਤਾ ਜਿਵੇਂ ਸੰਸਾਰਕ ਤੌਰ ਤੇ ਇੱਕ ਧੀ ਮਾਪਿਆਂ ਨੇ ਵਿਆਹ ਕੇ ਸਹੁਰੇ ਘਰ ਤੋਰੀ, ਉਸ ਨੂੰ ਜਿਸ ਦੇ ਲੜ ਲਾਇਆ ਸੀਗਾ ਉਸਨੇ ਉਸ ਦੀ ਕਦਰ ਤੇ ਪਾਈ ਨਹੀਂ, ਤੇ ਸਮਾਨ ਦੀ ਪੂਜਾ, ਸਾਮਾਨ ਦੀ ਸਾਂਭ ਸੰਭਾਲ ਤੇ ਸਮਾਨ ਦੀ ਦੇਖ ਰੇਖ ਵਿੱਚ ਹੀ ਲੱਗੀ ਰਹੀ। ਉਹਨਾਂ ਦੀ ਆਪਸ 'ਚ ਬਣਨਾ ਆਈ, ਉਹ ਸਮਾਨ ਇੱਕ ਦਿਨ ਜ਼ਹਿਰ ਹੋ ਗਿਆ ਤੇ ਉਸ ਨੂੰ ਆਪਣਾ ਉਹ ਪਰਿਵਾਰ, ਜਿਸ ਪਰਿਵਾਰ ਵਿੱਚ ਉਹਨੇ ਜ਼ਿੰਦਗੀ ਰਹਿਣਾ ਸੀ, ਛੱਡ ਕੇ ਤੇ ਵਾਪਸ ਫਿਰ ਆਪਣੇ ਪੇਕੇ ਘਰ ਆਉਣਾ ਪਿਆ। ਉਹਦੀ ਜ਼ਿੰਦਗੀ ਦੁੱਖਾਂ 'ਚ ਭਰ ਗਈ। ਸਤਿਗੁਰੂ ਜੀ ਕਹਿੰਦੇ ਤੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ। ਸੋ ਗੁਰਦੇਵ ਨੇ ਅੱਜ ਦੇ ਪਵਿੱਤਰ ਬਚਨ 'ਚ ਹੀ ਕਿਹਾ, ਹੋਂ ਇੰਨੀ ਢੋਲੀ ਭੁਲੀਅਸ, ਮੈਂ ਇਹਨਾਂ ਦੇ ਵਿੱਚ ਲੱਗ ਕੇ ਤੈਨੂੰ ਭੁੱਲ ਗਈ ਹਾਂ। ਤਿਸ ਕੰਤ ਨ ਬੈਠੀ ਪਾਸ ਜੀਓ, ਮੈਂ ਉਸ ਪਤੀ ਪਰਮੇਸ਼ਰ ਦੇ ਅਹਿਸਾਸ ਨੂੰ, ਨਿੱਘ ਨੂੰ ਮਾਣਿਆ ਨਹੀਂ ਹੈ। ਸੋ ਸਤਿਗੁਰੂ ਜੀ ਅੱਗੇ ਇਸ ਬਚਨ 'ਚ ਕੀ ਕਹਿੰਦੇ ਨੇ, ਕੱਲ ਦੇ ਦੀਵਾਨ ਅੰਦਰ ਰਹਿੰਦੇ ਬਚਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਹੋਈਆਂ ਭੁੱਲਾਂ ਗਲਤੀਆਂ ਦੀ ਗੁਰੂ ਗ੍ਰੰਥ ਸਾਹਿਬ ਖਿਮਾ ਕਰ ਦੇਣ। ਗੱਜ-ਵੱਜ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਏਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਸਦਾ ਸਿਤ ਸਲਾਹ ਤੇਰੀ, ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ, ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਕਾਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ।
तुर कर्म पाया तुद जिनको से नाम हर कै लागे। आनंद सुनो वड भागी हो सगल मनोरथ पूरे। दुख रोग संताप उतरे सुनी सच्ची बाणी। सुनते पुनीत कहते पवित सतगुर रया पर पूरे। मनवंत नानक गुर चरण लागे वाजे अनहद तूरे। वाहिगुरु जी का खालसा वाहिगुरु जी की फतेह। तू ठाकुर तू